ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਚੰਗੇ ਸਮੇਂ ਦੇ ਲਈ, ਅੱਜ ਦੇ ਦਿਨ ਦੇ ਲਈ। ਪਰਮੇਸ਼ਰ ਨੇ ਸਾਡੇ ਸਾਹਾਂ ਨੂੰ ਚੱਲਦੇ ਰੱਖਿਆ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਹਾਲੇਲੂਇਆ। ਆਓ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕੁਝ ਗੱਲਾਂ ਨੂੰ ਦੇਖਾਂਗੇ, ਕਿਉਂਕਿ ਅੱਜ ਇਨਸਾਨ ਆਪਣੀ ਬੁੱਧੀ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦਾ, ਆਪਣੀ ਸਮਝਦਾਰੀ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦਾ ਇਸ ਸੰਸਾਰ ਦੇ ਵਿੱਚ, ਤੇ ਉਹ ਸਮਝ ਲੈਂਦਾ ਆ, ਮਤਲਬ ਬੁੱਧੀ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦਾ, ਆਪਣੇ ਦਿਮਾਗ ਦਾ ਯੂਜ਼ ਕਰਦਾ ਹੈ ਪੂਰਾ ਪੂਰਾ। ਹਾਲੇਲੂਇਆ। ਪਰ ਪਰਮੇਸ਼ਰ ਸਾਨੂੰ ਵੀ ਚੱਲਣ ਨੂੰ ਕਹਿੰਦਾ ਹੈ। ਪਰਮੇਸ਼ਰ ਸਾਨੂੰ ਆਪਣੀ ਬੁੱਧੀ ਦੇਣਾ ਚਾਹੁੰਦਾ ਹੈ। ਹਾਲੇਲੂਇਆ। ਅਗਰ ਅਸੀਂ ਯਾਕੂਬ 1:5 ਦੇ ਵਿੱਚ ਪੜ੍ਹਦੇ ਹਾਂ, ਉੱਥੇ ਲਿਖਿਆ ਵਾ, ਅਗਰ ਜਿਸ ਦੇ ਕੋਲ ਬੁੱਧ ਦਾ ਘਾਟਾ ਹੈ, ਜਿਸ ਕੋਲ ਬੁੱਧੀ ਦਾ ਘਾਟਾ ਹੈ, ਉਹ ਮੇਰੇ ਕੋਲੋਂ ਮੰਗੇ, ਮੈਂ ਉਸ ਨੂੰ ਦੇਵਾਂਗਾ। ਹਾਲੇਲੂਇਆ। ਪਰਮੇਸ਼ਰ ਸਾਨੂੰ ਬੁੱਧੀ ਦਿੰਦਾ ਆ ਕਿ ਅਸੀਂ ਬੁੱਧੀ ਦੇ ਨਾਲ ਚੱਲ ਸਕੀਏ, ਬੁੱਧੀ ਦੇ ਨਾਲ ਪ੍ਰਾਰਥਨਾ ਕਰ ਸਕੀਏ। ਜੇ ਸਾਡੇ ਕੋਲ ਸਮਝ ਨਹੀਂ ਹੈਗੀ, ਬੁੱਧੀ ਨਹੀਂ ਹੈਗੀ, ਤਾਂ ਅਸੀਂ ਪ੍ਰਾਰਥਨਾ ਨਹੀਂ ਕਰ ਸਕਦੇ। ਹਾਲੇਲੂਇਆ। ਜੇ ਸਾਡੇ ਕੋਲ ਸਮਝ ਹੋਏਗੀ, ਅਸੀਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਪ੍ਰਾਰਥਨਾ ਕਰਾਂਗੇ। ਹਾਲੇਲੂਇਆ। ਜੇ ਸਾਡੇ ਕੋਲ ਬੁੱਧੀ ਨਾ ਹੋਈ ਤਾਂ ਅਸੀਂ ਆਪਣੀ ਇੱਛਾ ਦੇ ਅਨੁਸਾਰ ਪ੍ਰਾਰਥਨਾ ਕਰਾਂਗੇ, ਜੋ ਸਾਨੂੰ ਚੰਗਾ ਲੱਗਦਾ ਹੈ ਉਸ ਲਈ ਪ੍ਰਾਰਥਨਾ ਕਰਾਂਗੇ। ਹਾਲੇਲੂਇਆ। ਜੋ ਚੀਜ਼ ਅੱਛੀ ਸਾਨੂੰ ਲੱਗਦੀ ਹੈ ਉਸ ਲਈ ਪ੍ਰਾਰਥਨਾ ਕਰਾਂਗੇ, ਜੇ ਬੁੱਧੀ ਨਾ ਹੋਈ। ਜੇ ਬੁੱਧੀ ਪਰਮੇਸ਼ਰ ਨੇ ਸਾਨੂੰ ਦਿੱਤੀ ਹੋਈ ਆ ਤਾਂ ਅਸੀਂ ਉਸ ਚੀਜ਼ ਲਈ ਪ੍ਰਾਰਥਨਾ ਕਰਾਂਗੇ ਜੋ ਪਰਮੇਸ਼ਰ ਨੂੰ ਚੰਗੀ ਲੱਗਦੀ ਆ। ਹਾਲੇਲੂਇਆ। ਆਪਣੀਆਂ ਯੋਜਨਾਵਾਂ ਦੇ ਲਈ ਨਹੀਂ, ਬਲਕਿ ਜੋ ਪਰਮੇਸ਼ਰ ਦੀਆਂ ਯੋਜਨਾਵਾਂ ਆ ਉਹਨਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਪ੍ਰਾਰਥਨਾ ਕਰਾਂਗੇ। ਹਾਲੇਲੂਇਆ। ਪਰਮੇਸ਼ਰ ਦੀ ਇੱਛਾ ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਕਰਾਂਗੇ। ਹਾਲੇਲੂਇਆ। ਆਪਣੀ ਇੱਛਾ ਦੇ ਅਨੁਸਾਰ ਨਹੀਂ, ਬਲਕਿ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਚੱਲਾਂਗੇ। ਹਾਲੇਲੂਇਆ। ਜਦ ਪ੍ਰਭੂ ਕਹਿੰਦਾ ਆ, ਅਗਰ ਕਿਸੇ ਕੋਲ ਬੁੱਧ ਦੀ ਘਟੀ ਆ, ਮੇਰੇ ਕੋਲੋਂ ਮੰਗੇ ਤੇ ਤਾਂ ਮੈਂ ਉਸ ਨੂੰ ਦੇਵਾਂਗਾ। ਕਹਾਵਤਾਂ 14:1 ਵਿੱਚ ਲਿਖਿਆ ਵਾ, ਬੁੱਧੀਮਾਨ ਔਰਤ ਆਪਣਾ ਘਰ ਬਣਾਉਂਦੀ ਹੈ, ਪਰ ਮੂਰਖ ਉਸ ਨੂੰ ਗਵਾ ਬੈਠਦੀ ਹੈ। ਹਾਲੇਲੂਇਆ। ਤਬਾਹ ਕਰ ਲੈਂਦੀ ਹੈ। ਅਗਰ ਸਾਡੇ ਕੋਲ ਬੁੱਧੀ ਆ ਤਾਂ ਅਸੀਂ ਆਪਣੇ ਘਰ ਨੂੰ ਉਸਾਰ ਸਕਦੇ ਹਾਂ, ਆਪਣੇ ਘਰ ਨੂੰ ਬਣਾ ਸਕਦੇ ਹਾਂ। ਬਾਈਬਲ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਾਂ ਆ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ, ਜਿਹੜਾ ਅਬਰਾਹਮ ਸੀਗਾ ਤੇ ਉਸਦਾ ਭਤੀਜਾ ਜਿਹੜਾ ਲੂਤ ਸੀਗਾ, ਉਹਨਾਂ ਦੇ ਵਿੱਚ ਕੀ ਹੋਇਆ ਕਿ ਉਸਦੇ ਜਿਹੜੇ ਨੌਕਰ ਸੀਗੇ, ਜਿਹੜੇ ਉਹਨਾਂ ਦੀਆਂ ਭੇਡਾਂ ਤੇ ਬੱਕਰੀਆਂ ਦੀ ਇੱਜੜ ਦੀ, ਮਾਲ ਦੀ ਦੇਖਭਾਲ ਕਰਦੇ ਸੀਗੇ, ਉਹਨਾਂ ਦੇ ਚਰਵਾਹਿਆਂ ਦੇ ਵਿੱਚ ਆਪਸ ਵਿੱਚ ਕੀ ਹੋ ਰਿਹਾ ਸੀਗਾ, ਲੜਾਈ ਝਗੜੀ ਹੋ ਰਹੀ ਸੀਗੀ। ਲੂਤ ਦੇ ਚਰਵਾਹਿਆਂ ਦੇ ਵਿੱਚ ਤੇ ਅਬਰਾਹਮ ਦੇ ਚਰਵਾਹਿਆਂ ਦੇ ਵਿੱਚ ਕੀ ਹੋ ਰਿਹਾ ਸੀਗਾ, ਲੜਾਈ ਝਗੜੇ ਹੋ ਰਹੇ ਸੀਗੇ। ਤਾਂ ਉੱਥੇ ਪਰਮੇਸ਼ਰ ਨੇ ਅਬਰਾਹਮ ਨੂੰ ਬੁੱਧੀ ਦਿੱਤੀ, ਤਾਂ ਜੋ ਬੁੱਧੀ ਅਬਰਾਹਮ ਦੇ ਕੋਲ ਸੀਗੀ, ਉਸ ਬੁੱਧੀ ਦੇ ਨਾਲ ਭਰਪੂਰ ਹੋ ਕੇ ਅਬਰਾਹਮ ਨੇ ਲੂਤ ਨੂੰ ਕਿਹਾ, ਦੇਖ ਅਸੀਂ ਕੀ ਆ, ਦੋਨੋਂ ਰਿਸ਼ਤੇਦਾਰ ਆ, ਸਾਕ ਸੰਬੰਧੀ ਆ, ਅਸੀਂ ਦੋਨੋਂ ਇੱਕ ਆ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਦੋਨਾਂ ਦੇ ਵਿਚਕਾਰ ਝਗੜਾ ਹੋਵੇ। ਹਾਲੇਲੂਇਆ। ਉਸ ਤੇ ਅਬਰਾਹਮ ਨੇ ਆਪਣੀ ਬੁੱਧੀ ਦਾ ਇਸਤੇਮਾਲ ਕੀਤਾ। ਉਹਨੇ ਬੁੱਧੀ ਦਾ ਇਸਤੇਮਾਲ ਕਰਕੇ ਕੀ ਕੀਤਾ, ਲੂਤ ਨੂੰ ਕੀ ਕਿਹਾ, ਕਹਿੰਦਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਦੋਨਾਂ ਦੇ ਵਿੱਚ ਲੜਾਈ ਝਗੜਾ ਹੋਵੇ। ਤੇ ਉਹਨੇ ਕੀ ਕਿਹਾ ਅਬਰਾਹਮ ਨੇ, ਕਿ ਅਸੀਂ ਦੋਨੋਂ ਕੀ ਹੁੰਦੇ ਆ, ਅਲੱਗ ਹੋ ਜਾਂਦੇ ਆ। ਜੇ ਤੂੰ ਸੱਜੇ ਜਾਵੇਂਗਾ ਤਾਂ ਮੈਂ ਖੱਬੇ ਚਲ ਜਾਵਾਂਗਾ। ਜਿੱਧਰ ਤੂੰ, ਜਿਹੜਾ ਇਹ ਸਾਰੇ ਕਹਿੰਦਾ ਇਲਾਕਾ ਤੇਰੇ ਸਾਹਮਣੇ ਆ, ਜਿਹੜਾ ਜਿੱਧਰ ਤੈਨੂੰ ਅੱਛਾ ਲੱਗਦਾ ਤੂੰ ਉੱਧਰ ਜਾ, ਮੈਂ ਦੂਸਰੀ ਸਾਈਡ ਚਲਾ ਜਾਵਾਂਗਾ। ਜਦੋਂ ਅਬਰਾਹਮ ਨੇ ਆਪਣੀ ਬੁੱਧੀ ਦੇ ਨਾਲ ਲੂਤ ਨੂੰ ਇਹ ਗੱਲ ਕਹੀ ਤਾਂ ਕੀ ਹੋਇਆ, ਉਹਨਾਂ ਦੇ ਵਿਚਕਾਰ ਝਗੜਾ ਨਹੀਂ ਹੋਇਆ, ਉਹਨਾਂ ਦੇ ਵਿਚਕਾਰ ਕੋਈ ਵੀ ਚਰਵਾਹਿਆਂ ਦੇ ਵਿੱਚ ਝਗੜਾ ਹੋਣਾ ਬੰਦ ਹੋ ਗਿਆ। ਹਾਲੇਲੂਇਆ। ਤੇ ਬੁੱਧੀ ਜਿਹੜੀ ਆ ਜ਼ਰੂਰੀ ਆ ਅੱਜ ਸਾਨੂੰ ਸੰਸਾਰ ਦੇ ਵਿੱਚ ਚੱਲਣ ਦੇ ਲਈ। ਪ੍ਰਾਰਥਨਾ ਕਰਨ ਦੇ ਲਈ ਬੁੱਧੀ ਜ਼ਰੂਰੀ ਆ। ਅੱਜ ਅਸੀਂ ਆਪਣੇ ਘਰਾਂ ਨੂੰ ਬਣਾਉਣ ਦੇ ਲਈ ਬੜੇ ਯਤਨ ਕਰਦੇ ਹਾਂ, ਆਪਣੀਆਂ ਸੰਸਾਰ ਦੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਬੜੇ ਯਤਨ ਕਰਦੇ ਹਾਂ, ਬੜੀਆਂ ਕੋਸ਼ਿਸ਼ ਕਰਦੇ ਹਾਂ। ਜੇ ਸਾਡੇ ਕੋਲ ਪਰਮੇਸ਼ਰ ਦੀ ਦਿੱਤੀ ਹੋਈ ਬੁੱਧੀ, ਪਰਮੇਸ਼ਰ ਦੀ ਦਿੱਤੀ ਹੋਈ ਸਮਝ, ਵਿਜ਼ਡਮ ਨਹੀਂ ਹੈਗੀ, ਤਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ। ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ, ਹੋ ਸਕਦਾ ਅਸੀਂ ਪ੍ਰਾਪਤ ਕਰ ਲਵਾਂਗੇ, ਹੋ ਸਕਦਾ ਫਿਰ ਅਸੀਂ ਗਵਾ ਵੀ ਸਕਦੇ ਹਾਂ। ਜੋ ਪਰਮੇਸ਼ਰ ਸਾਨੂੰ ਬੁੱਧੀ ਦਿੰਦਾ ਆ, ਉਹ ਕਦੇ ਵੀ ਜਿਸ ਚੀਜ਼ ਨੂੰ ਅਸੀਂ ਪ੍ਰਾਪਤ ਕਰਦੇ ਹਾਂ ਉਸ ਦੇ ਵਿੱਚ ਪਰਮੇਸ਼ਰ ਸਾਨੂੰ ਸਮਝ ਦਿੰਦਾ ਆ। ਹਾਲੇਲੂਇਆ। ਬਾਈਬਲ ਦੇ ਵਿੱਚ ਇੱਕ ਰਾਜਾ ਹੋਇਆ ਸੁਲੇਮਾਨ ਰਾਜਾ। ਉਸ ਨੂੰ ਅਸੀਂ ਪੜਾਂਗੇ, ਉਸਦੀ ਸਟੋਰੀ ਨੂੰ ਅਸੀਂ ਪੜਾਂਗੇ। ਪਹਿਲਾ ਰਾਜਾ ਉਸਦਾ 3ਰੇ ਅਧਿਆਏ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਕਿ ਜਿਹੜਾ ਰਾਜਾ ਸੁਲੇਮਾਨ ਸੀਗਾ, ਉਹ ਪਰਮੇਸ਼ਰ ਦੀ ਬੇਦੀ ਉੱਤੇ ਬਹੁਤ ਸਾਰੀਆਂ ਭੇਟਾਂ ਤੇ ਉਸ ਉੱਤੇ ਬਲੀਆਂ ਚੜਾਇਆ ਕਰਦਾ ਸੀਗਾ। ਤਾਂ ਕੀ ਹੋਇਆ, ਇੱਕ ਵਾਰ ਰਾਜਾ ਸੁਲੇਮਾਨ ਹੋਮ ਬਲੀਆਂ ਚੜਾਉਣ ਦੇ ਲਈ ਗਿਬਿਓਨ ਨੂੰ ਗਿਆ, ਕਿਉਂਕਿ ਉੱਥੇ ਸਭ ਤੋਂ ਵੱਡੀ ਪ੍ਰਸਿੱਧ ਵੇਦੀ ਸੀ। ਤੇ ਕੀ ਹੋਇਆ, ਉੱਥੇ ਜਾ ਕੇ 1000 ਕਾਫੀ ਬਲੀਆਂ ਚੜਾਈਆਂ, 1000 ਹੋਮ ਬਲੀਆਂ ਚੜਾਈਆਂ। ਉਸ ਰਾਤ ਪਰਮੇਸ਼ਰ ਨੇ ਰਾਜਾ ਸੁਲੇਮਾਨ ਨੂੰ ਦਰਸ਼ਨ ਦਿੱਤਾ ਕਿ 5 ਆਇਤ ਦੇ ਵਿੱਚ ਪੜਾਂਗੇ, 3:5। ਪਹਿਲਾ ਰਾਜਾ
उसका तीसरा अध्याय 5 आयत ਦੇ ਵਿੱਚ ਇਸ ਤਰ੍ਹਾਂ ਲਿਖਿਆ, ਉਸ ਰਾਤ ਪ੍ਰਭੂ ਪਰਮੇਸ਼ਰ ਨੇ ਸੁਲੇਮਾਨ ਨੂੰ ਦਰਸ਼ਨ ਦੇ ਕੇ ਪੁੱਛਿਆ, ਤੂੰ ਕੀ ਚਾਹੁੰਦਾ ਹੈ ਕਿ ਮੈਂ ਤੈਨੂੰ ਦਵਾਂ? ਹਾਲੇਲੂਇਆ। ਪਰਮੇਸ਼ਰ ਅਬਰਾਹਮ ਨੂੰ ਪੁੱਛਦਾ ਹੈ ਕਿ ਮੈਂ ਤੇਰੇ ਲਈ ਕੀ ਕਰਾਂ, ਤੂੰ ਦੱਸ ਮੈਨੂੰ, ਮੈਂ ਤੈਨੂੰ ਜੋ ਤੂੰ ਚਾਹੁੰਦਾ ਹੈ ਮੈਂ ਤੈਨੂੰ ਦਵਾਂਗਾ, ਮੈਂ ਤੇਰੇ ਤੋਂ ਪ੍ਰਸੰਨ ਹਾਂ। ਤੂੰ ਆਪਣੇ ਬਾਪ ਦਾਦਿਆਂ ਦੀ ਤਰ੍ਹਾਂ ਮੇਰੇ ਨਾਲ ਵਫਾਦਾਰ ਰਿਹਾ, ਉਹਨਾਂ ਜੋ ਉਹਨੇ ਤੈਨੂੰ ਦੱਸਿਆ ਉਸ ਤਰ੍ਹਾਂ ਤੂੰ ਮੇਰਾ ਵਫਾਦਾਰ ਰਿਹਾ, ਮੇਰੇ ਪਿੱਛੇ ਚੱਲਦਾ ਰਿਹਾ। ਅੱਜ ਮੈਂ ਤੇਰੇ ਤੋਂ ਖੁਸ਼ ਹਾਂ, ਤੂੰ ਮੇਰੇ ਪਿੱਛੇ ਚੱਲ ਰਿਹਾ। ਤੂੰ ਦੱਸ, ਤੂੰ ਮੰਗ, ਕੀ ਮੰਗਣਾ ਚਾਹੁੰਦਾ, ਮੈਂ ਤੈਨੂੰ ਦਵਾਂਗਾ। ਹਾਲੇਲੂਇਆ। ਪਰਮੇਸ਼ਰ ਨੇ ਸੁਲੇਮਾਨ ਦੇ ਅੱਗੇ ਕੀ ਰੱਖਿਆ? ਇਹ ਆਪਣੀ ਇੱਛਾ ਰੱਖੀ ਕਿ ਤੂੰ ਮੇਰੇ ਤੇ ਮੰਗ, ਜੋ ਤੂੰ ਮੰਗੇਗਾ ਮੈਂ ਤੈਨੂੰ ਦਵਾਂਗਾ। ਤਾਂ ਉੱਥੇ ਕੀ ਹੋਇਆ? ਸੁਲੇਮਾਨ ਨੇ ਕੀ ਕੀਤਾ? ਸੁਲੇਮਾਨ ਨੇ ਉੱਤਰ ਦਿੱਤਾ, ਤੂੰ ਹਮੇਸ਼ਾ ਮੇਰੇ ਪਿਤਾ ਦਾਊਦ ਆਪਣੇ ਦਾਸ ਨੂੰ ਪਿਆਰ ਕੀਤਾ ਹੈ, ਉਹ ਵੀ ਤੇਰੇ ਨਾਲ ਸੱਚਾ ਵਿਸ਼ਵਾਸੀ ਅਤੇ ਮਨ ਦੀ ਸਿਧਾਈ ਨਾਲ ਰਿਹਾ ਹੈ, ਇਸੇ ਲਈ ਤੂੰ ਉਸ ਨੂੰ ਆਪਣਾ ਹਮੇਸ਼ਾ ਰਹਿਣ ਵਾਲਾ ਵੱਡਾ ਪਿਆਰ ਦਿੱਤਾ ਅਤੇ ਉਸ ਨੂੰ ਇੱਕ ਪੁੱਤਰ ਦਿੱਤਾ ਜੋ ਅੱਜ ਉਸ ਦੀ ਥਾਂ ਰਾਜ ਕਰ ਰਿਹਾ ਹੈ। ਹਾਲੇਲੂਇਆ। ਪ੍ਰਭੂ ਤੂੰ ਸੱਚਮੁੱਚ ਮੈਨੂੰ ਮੇਰੇ ਪਿਤਾ ਦੀ ਥਾਂ ਰਾਜਾ ਬਣਾਇਆ ਹੈ। ਸਭ ਤੋਂ ਪਹਿਲਾਂ ਸੁਲੇਮਾਨ ਪਰਮੇਸ਼ਰ ਦਾ ਧੰਨਵਾਦ ਕਰਨ ਲੱਗਾ, ਬੇਸ਼ੱਕ ਮੈਂ ਤੇਰੇ ਸਾਹਮਣੇ ਇੱਕ ਛੋਟਾ ਜਿਹਾ ਮੁੰਡਾ ਹੀ ਹਾਂ ਅਤੇ ਮੈਂ ਅਜੇ ਮੈਨੂੰ ਕਿਸੇ ਚੀਜ਼ ਦਾ ਪੂਰਾ ਗਿਆਨ ਨਹੀਂ ਰੱਖਦਾ। ਕਹਿੰਦਾ ਸੁਲੇਮਾਨ ਕੀ ਕਹਿਣ ਲੱਗਾ? ਕਹਿੰਦਾ ਮੈਂ ਪੂਰੀਆਂ ਚੀਜ਼ਾਂ ਦਾ ਹਜੇ ਗਿਆਨ ਨਹੀਂ ਰੱਖਦਾ, ਮੈਨੂੰ ਸੰਸਾਰ ਦੀਆਂ ਚੀਜ਼ਾਂ ਦੀ ਸਮਝ ਨਹੀਂ ਹੈਗੀ, ਤੇ ਮੈਂ ਹਜੇ ਬਾਲਕ ਹਾਂ, ਮੈਂ ਬੱਚਾ ਹਾਂ, ਹਜੇ ਮੁੰਡਾ ਹਾਂ। ਹਾਲੇਲੂਇਆ। ਤੇ ਪੂਰਾ ਗਿਆਨ ਨਹੀਂ ਰੱਖਦਾ। ਮੈਂ ਅੱਜ ਤੇਰੇ ਚੁਣੇ ਹੋਏ ਲੋਕਾਂ ਦੇ ਵਿਚਕਾਰ ਹਾਂ, ਪਰ ਜਿਨ੍ਹਾਂ ਦੀ ਗਿਣਤੀ ਤੱਕ ਕਰਨੀ ਕਠਿਨ ਹੈ। ਸੁਲੇਮਾਨ ਕੀ ਕਹਿੰਦਾ? ਪਰਮੇਸ਼ਰ ਤੂੰ ਮੈਨੂੰ ਇੰਨੇ ਧਨ ਮਾਲ ਦਿੱਤਾ ਆ, ਇੰਨੇ ਲੋਕ ਦਿੱਤੇ ਆ ਕਿ ਇਹਨਾਂ ਦੀ ਗਿਣਤੀ ਕਰਨੀ ਕਠਿਨ ਹੈ। ਜਿਹੜਾ ਸੁਲੇਮਾਨ ਰਾਜਾ ਸੀਗਾ ਬੜਾ ਧਨੀ ਰਾਜਾ ਸੀਗਾ। ਹਾਲੇਲੂਇਆ। ਉਸਦੇ ਕੋਲ ਬੜੀ ਸੈਨਾ ਸੀ, ਬੜੇ ਲੋਕ ਸੀਗੇ ਤੇ ਬੜੇ ਦਾਸ ਦਾਸੀਆਂ, ਮਾਲ ਡੰਗਰ ਸਭ ਅਸ਼ੀਸ਼ਾਂ ਸੀਗੀਆਂ। ਤਾਂ ਜਿਹੜਾ ਸੁਲੇਮਾਨ, ਜਦੋਂ ਪਰਮੇਸ਼ਰ ਨੇ ਸੁਲੇਮਾਨ ਨੂੰ ਕਿਹਾ ਤੂੰ ਮੰਗ, ਮੇਰੇ ਤੋਂ ਕੀ ਮੰਗਦਾ ਆ, ਤਾਂ ਉਹ ਕੀ ਮੰਗਣ ਲੱਗਾ? ਤਾਂ ਕੀ ਕਹਿਣ ਲੱਗਾ? ਇਸ ਲਈ ਪ੍ਰਭੂ ਤੂੰ ਆਪਣੇ ਦਾਸ ਨੂੰ ਇਹੋ ਜਿਹੀ ਬੁੱਧ ਦੇ ਜਿਸ ਨਾਲ ਮੈਂ ਬੁਰੇ ਤੇ ਭਲੇ ਦੀ ਪਛਾਣ ਕਰ ਸਕਾਂ। ਹਾਲੇਲੂਇਆ। ਸੁਲੇਮਾਨ ਨੇ ਪਰਮੇਸ਼ਰ ਦੇ ਕੋਲੋਂ ਬੁੱਧ ਮੰਗੀ ਆ, ਗਿਆਨ ਮੰਗਿਆ ਪਰਮੇਸ਼ਰ ਕੋਲ, ਇਹੋ ਜਿਹੀ ਬੁੱਧ ਦੇ ਜਿਸ ਦੇ ਨਾਲ ਬੁਰੇ ਤੇ ਭਲੇ ਦੀ, ਹਾਲੇਲੂਇਆ, ਬੁਰੇ ਤੇ ਭਲੇ ਦੀ ਕੀ ਕਰ ਸਕਾਂ? ਪਛਾਣ ਕਰ ਸਕਾਂ, ਕਿਉਂਕਿ ਤੇਰੇ ਇਹਨਾਂ ਅਣਗਿਣਤ ਲੋਕਾਂ ਉੱਤੇ ਕੌਣ ਰਾਜ ਕਰ ਸਕਦਾ ਹੈ। ਹਾਲੇਲੂਇਆ। ਕਹਿੰਦਾ ਜੇ ਮੇਰੇ ਕੋਲ ਬੁੱਧੀ ਨਹੀਂ ਹੈਗੀ, ਮੇਰੇ ਕੋਲ ਸਮਝ ਨਹੀਂ ਹੈਗੀ, ਮੈਂ ਇਹਨਾਂ ਲੋਕਾਂ ਦੇ ਕਠਿਨ ਮਾਮਲਿਆਂ ਦਾ ਫੈਸਲਾ ਕਿੱਦਾਂ ਕਰਾਂਗਾ, ਇਸ ਪ੍ਰਜਾ ਨੂੰ ਕਿੱਦਾਂ ਚਲਾਵਾਂਗਾ, ਕਿੱਦਾਂ ਇਹਨਾਂ ਦੇ ਚੰਗੀ ਤੇ ਬੁਰੀ ਚੀਜ਼ ਦੇ ਵਿੱਚ ਕਿੱਦਾਂ ਫਰਕ ਕਰਾਂਗਾ, ਤੂੰ ਮੈਨੂੰ ਬੁੱਧ ਦੇ। ਹਾਲੇਲੂਇਆ। ਅਗਰ ਪਰਮੇਸ਼ਰ ਉਸਦੇ ਇਸ ਮੰਗਣ ਤੋਂ ਬੜਾ ਖੁਸ਼ ਹੋਇਆ। ਹਾਲੇਲੂਇਆ। ਕਿਉਂਕਿ ਸੁਲੇਮਾਨ ਹੋਰ ਵੀ ਚੀਜ਼ਾਂ ਮੰਗ ਸਕਦਾ ਸੀਗਾ, ਨੌਕਰ ਚਾਕਰ ਮੰਗ ਸਕਦਾ ਸੀਗਾ, ਧਨ ਦੌਲਤ ਮੰਗ ਸਕਦਾ ਸੀਗਾ, ਪਰ ਉਸਨੇ ਪਰਮੇਸ਼ਰ ਦੇ ਕੋਲੋਂ ਬੁੱਧ ਮੰਗੀ, ਸਮਝ ਮੰਗੀ ਕਿ ਮੈਂ ਤੇਰੇ ਲੋਕਾਂ ਨੂੰ ਚਲਾਉਣਾ ਆ, ਮੈਨੂੰ ਸਮਝ ਦੇ। ਹਾਲੇਲੂਇਆ। ਕਿ ਮੈਨੂੰ ਬੁਰੇ ਤੇ ਭਲੇ ਦੇ ਵਿੱਚ ਪਹਿਚਾਣ ਕਰਨ ਦੀ ਸਾਮਰਥ ਦੇ, ਸਮਝ ਦੇ। ਤਾਂ ਕੀ ਹੋਇਆ? ਪ੍ਰਭੂ ਸੁਲੇਮਾਨ ਦੀ ਇਸ ਮੰਗ ਤੋਂ ਬਹੁਤ ਖੁਸ਼ ਹੋਇਆ। ਹਾਲੇਲੂਇਆ। ਇਹ ਨਹੀਂ ਲਿਖਿਆ ਪਰ ਖੁਸ਼ ਹੋਇਆ, ਬਹੁਤ ਖੁਸ਼ ਹੋਇਆ ਲਿਖਿਆ ਹੋਇਆ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਚਾਹੁੰਦਾ ਕਿ ਇੱਕ ਇਨਸਾਨ ਜਿਹੜਾ ਬੁੱਧੀ ਦੇ ਨਾਲ ਚੱਲੇ, ਸਮਝ ਦੇ ਨਾਲ ਚੱਲੇ। ਇਸ ਲਈ ਉਸਨੇ ਸੁਲੇਮਾਨ ਨੂੰ ਕਿਹਾ, ਤੂੰ ਮੇਰੇ ਤੋਂ ਲੰਬੀ ਉਮਰ ਵੀ ਮੰਗ ਸਕਦਾ ਸੀਗਾ, ਤੂੰ ਧਨ ਮਾਲ ਵੀ ਮੰਗ ਸਕਦਾ ਸੈਂ, ਪਰ ਤੂੰ ਇਹਨਾਂ ਸਭ ਚੀਜ਼ਾਂ ਦੀ ਬਜਾਏ ਬੁਰੇ ਤੇ ਭਲੇ ਦੀ ਪਹਿਚਾਣ ਕਰਨ ਲਈ ਬੁੱਧੀ ਮੰਗੀ ਹੈ। ਹਾਲੇਲੂਇਆ। ਕਹਿੰਦਾ ਤੂੰ ਮੇਰੇ ਤੋਂ ਬੁੱਧੀ ਮੰਗੀ ਹੈ, ਮੈਂ ਤੇਰੇ ਕਹੇ ਅਨੁਸਾਰ ਕਰਾਂਗਾ ਅਤੇ ਤੈਨੂੰ ਬੁਰੇ ਭਲੇ ਦੀ ਪਹਿਚਾਣ ਕਰਨ ਵਾਲੀ ਇਹੋ ਜਿਹੀ ਬੁੱਧ ਦੇਵਾਂਗਾ ਜੋ ਅੱਜ ਤੱਕ ਤੇਰੇ ਤੋਂ ਪਹਿਲਾਂ ਨਾ ਕਿਸੇ ਨੂੰ ਮਿਲੀ ਹੋਵੇ ਅਤੇ ਨਾ ਹੀ ਮਿਲੇਗੀ। ਹਾਲੇਲੂਇਆ। ਪਰਮੇਸ਼ਰ ਨੇ ਉਸ ਨੂੰ ਇਹੋ ਜਿਹੀ ਬੁੱਧ ਦਿੱਤੀ, ਨਾ ਉਸ ਤੋਂ ਪਹਿਲਾਂ ਕੋਈ ਵੀ ਸੰਸਾਰ ਦੇ ਵਿੱਚ ਇਨਸਾਨ ਹੋਇਆ, ਨਾ ਰਾਜਾ ਹੋਇਆ ਜਿਸ ਦੇ ਕੋਲ ਇੰਨੀ ਬੁੱਧ ਹੋਵੇ। ਸਿਰਫ ਸੁਲੇਮਾਨ ਦੇ ਕੋਲ ਇੰਨੀ ਬੁੱਧ ਸੀਗੀ। ਉਸ ਦੀ ਬੁੱਧੀ ਦੀ ਪ੍ਰਸ਼ੰਸਾ ਉਸ ਦੇਸ਼ ਦੇ ਵਿੱਚ, ਉਸਦੇ ਆਲੇ ਦੁਆਲੇ ਦੇਸ਼ਾਂ ਦੇ ਵਿੱਚ ਫੈਲ ਚੁੱਕੀ ਸੀਗੀ ਕਿ ਜਿਹੜਾ ਸੁਲੇਮਾਨ ਸੀਗਾ ਉਹ ਇੰਨਾ ਬੁੱਧੀਮਾਨ ਰਾਜਾ ਸੀਗਾ। ਬੜੇ ਲੋਕ ਦੂਰੋਂ ਦੂਰੋਂ ਉਸਦੇ ਮਹਿਲ ਨੂੰ ਦੇਖਣ ਦੇ ਲਈ ਆਉਂਦੇ ਹੁੰਦੇ ਸੀਗੇ, ਉਸਦੇ ਘਰ ਨੂੰ ਦੇਖਣ ਆਉਂਦੇ ਹੁੰਦੇ ਸੀਗੇ, ਉਸਦੇ ਸਾਰੇ ਕੀਤੇ ਹੋਏ ਪ੍ਰਬੰਧ ਨੂੰ ਦੇਖਣ ਆਉਂਦੇ ਹੁੰਦੇ ਸੀਗੇ। ਹਾਲੇਲੂਇਆ। ਤਾਂ ਕੀ ਹੋਇਆ? ਜਦੋਂ ਪਰਮੇਸ਼ਰ ਨੇ ਉਸਨੂੰ ਵਿਜ਼ਡਮ ਦਿੱਤੀ, ਸਮਝ ਦਿੱਤੀ, ਬੁੱਧੀ ਦੇ ਦਿੱਤੀ, ਤਾਂ ਕੀ ਹੋਇਆ? ਤਾਂ ਇੱਕ ਵਾਰ ਉੱਥੇ ਘਟਨਾ ਹੋਈ
ਉਸ ਇਲਾਕੇ ਦੀਆਂ ਦੋ ਔਰਤਾਂ ਰਾਜਾ ਸੁਲੇਮਾਨ ਦੇ ਕੋਲ ਆਈਆਂ ਤੇ ਕੀ ਕਹਿਣ ਲੱਗੀਆਂ ਆ ਕੇ, ਕਹਿੰਦੇ ਉਹਨਾਂ ਦੋਨਾਂ ਔਰਤਾਂ ਵਿੱਚੋਂ ਇੱਕ ਨੇ ਕਿਹਾ, ਮਹਾਰਾਜ ਅਸੀਂ ਦੋਵੇਂ ਜਣੀਆਂ ਸਾਂ, ਕਹਿੰਦੀ ਅਸੀਂ ਦੋਨਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਸੀਗਾ ਤੇ ਕਹਿੰਦੇ ਅਸੀਂ ਇੱਕੇ ਘਰ ਦੇ ਵਿੱਚ ਰਹਿੰਦੀਆਂ, ਸਾਡੇ ਤੋਂ ਇਲਾਵਾ ਇੱਕ ਘਰ ਦੇ ਵਿੱਚ ਹੋਰ ਕੋਈ ਨਹੀਂ ਰਹਿੰਦਾ ਹੈਗਾ, ਤੇ ਮੈਂ ਰਹਿੰਦੀ ਹਾਂ ਤੇ ਮੇਰੇ ਨਾਲ ਦੀ ਇਹ ਜਿਹੜੀ ਔਰਤ ਹੈ, ਅਸੀਂ ਇੱਕ ਘਰ ਦੇ ਵਿੱਚ ਰਹਿੰਦੀਆਂ ਆ। ਕਹਿੰਦੀ ਕੀ ਹੋਇਆ, ਉੱਥੇ ਰਹਿੰਦਿਆਂ ਮੈਂ ਇੱਕ ਮੁੰਡੇ ਨੂੰ ਜਨਮ ਦਿੱਤਾ, ਜਦੋਂ ਇਹ ਮੇਰੀ ਸਾਥਣ ਉੱਥੇ ਸੀ ਮੇਰੇ ਪਿੱਛੋਂ ਤੀਜੇ ਦਿਨ ਇਸ ਔਰਤ ਨੇ ਵੀ ਇੱਕ ਮੁੰਡੇ ਨੂੰ ਜਨਮ ਦਿੱਤਾ। ਹਾਲੇਲੂਇਆ। ਦੋ ਔਰਤਾਂ ਸੁਲੇਮਾਨ ਦੇ ਕੋਲ ਆਈਆਂ, ਉਹਨਾਂ ਦੇ ਵਿੱਚ ਝਗੜਾ ਹੋ ਗਿਆ ਸੀਗਾ। ਉਸ ਘਰ ਵਿੱਚ ਉਸ ਸਮੇਂ ਅਸੀਂ ਇਕੱਲੀਆਂ ਸਾਂ, ਕੋਈ ਹੋਰ ਉੱਥੇ ਨਹੀਂ ਸੀ। ਇੱਕ ਦਿਨ ਅਣਜਾਣੇ ਹੀ ਔਰਤ ਸੁੱਤਿਆਂ ਹੋਇਆਂ ਆਪਣੇ ਬੱਚੇ ਉੱਤੇ ਲੇਟ ਗਈ। ਇੱਕ ਔਰਤ ਕਹਿਣ ਲੱਗੀ, ਕਹਿੰਦੀ ਮਹਾਰਾਜ ਜੀ ਸੁਲੇਮਾਨ ਨੂੰ ਕਹਿਣ ਲੱਗੀ ਕਿ ਇਹ ਜਿਹੜੀ ਔਰਤ ਹੈ ਇਹ ਸੁੱਤੀ ਪਈ ਸੀਗੀ, ਕੀ ਹੋਇਆ, ਇਹਦੇ ਵੀ ਬੇਟਾ ਪੈਦਾ ਹੋਇਆ, ਮੇਰੇ ਵੀ ਪੁੱਤਰ ਪੈਦਾ ਹੋਇਆ, ਤਾਂ ਕੀ ਹੋਇਆ, ਇਹ ਜਦੋਂ ਸੁੱਤੀ ਪਈ ਸੀ ਇਹ ਸੁੱਤੀ ਆਪਣੇ ਮੁੰਡੇ ਉੱਤੇ ਪੈ ਗਈ ਅਣਜਾਣੇ ਦੇ ਵਿੱਚ, ਤੇ ਇਹਦਾ ਕੀ ਹੋਇਆ, ਮੁੰਡਾ ਮਰ ਗਿਆ। ਤਾਂ ਕੀ ਹੋਇਆ, ਇਸ ਨੇ ਮੇਰੇ ਮੁੰਡੇ ਨੂੰ ਆਪਣਾ ਮੁੰਡਾ ਚੁੱਕ ਕੇ ਮੇਰੇ ਬਿਸਤਰੇ ਉੱਤੇ ਪਾ ਦਿੱਤਾ, ਮੇਰੇ ਨਾਲ ਪਾ ਦਿੱਤਾ, ਤੇ ਮੈਂ ਉਸ ਸਮੇਂ ਸੁੱਤੀ ਪਈ ਸੀ ਤੇ ਮੇਰੇ ਮੁੰਡੇ ਨੂੰ ਚੁੱਕ ਕੇ ਆਪਣੇ ਨਾਲ ਪਾ ਲਿਆ। ਤਾਂ ਉੱਥੇ ਕੀ ਹੋਇਆ, ਉਹਨਾਂ ਦੋਨਾਂ ਦੇ ਵਿਚਕਾਰ ਝਗੜਾ ਹੋਣ ਲੱਗਾ। ਤਾਂ ਕੀ ਹੋਇਆ, ਅਗਲੀ ਸਵੇਰੇ ਜਦੋਂ ਮੈਂ ਜਾਗੀ, ਤਾਂ ਕਹਿੰਦੀ ਔਰਤ ਕਹਿਣ ਲੱਗੀ, ਅਗਲੀ ਸਵੇਰੇ ਜਦੋਂ ਮੈਂ ਜਾਗੀ ਆਪਣੇ ਬੱਚੇ ਨੂੰ ਦੁੱਧ ਚੁੰਘਾਉਣਾ ਚਾਹਿਆ ਪਰ ਉਹ ਮਰਿਆ ਹੋਇਆ ਸੀ। ਪਰ ਫਿਰ ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਮੈਨੂੰ ਪਤਾ ਲੱਗਾ ਕਿ ਇਹ ਮਰਿਆ ਹੋਇਆ ਬੱਚਾ ਮੇਰਾ ਨਹੀਂ ਹੈ। ਉਹਨਾਂ ਦੇ ਵਿੱਚ ਲੜਾਈ ਹੋ ਰਹੀ ਸੀ ਕਿ ਇਹ ਜਿਹੜਾ ਜਿਉਂਦਾ ਬੱਚਾ, ਇੱਕ ਬੱਚਾ ਤਾਂ ਮਰ ਚੁੱਕਾ ਸੀਗਾ, ਦੋਨਾਂ ਔਰਤਾਂ ਦਾ ਇੱਕ ਬੱਚਾ ਮਰ ਚੁੱਕਾ ਸੀਗਾ ਤੇ ਇੱਕ ਬੱਚਾ ਜਿਉਂਦਾ ਸੀਗਾ। ਦੋਏ ਔਰਤਾਂ ਕਹਿੰਦੀਆਂ ਸੀਗੀਆਂ ਉਹ ਬੱਚਾ ਮੇਰਾ ਆ, ਉਹ ਦੂਜੀ ਕਹਿੰਦੀ ਸੀ ਮੇਰਾ ਬੱਚਾ ਆ। ਪਰ ਦੂਜੀ ਔਰਤ ਨੇ ਕਿਹਾ ਨਹੀਂ, ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਤੇਰਾ। ਪਰ ਪਹਿਲੀ ਔਰਤ ਨੇ ਕਿਹਾ ਨਹੀਂ, ਮਰਿਆ ਬੱਚਾ ਤੇਰਾ ਹੈ ਅਤੇ ਜਿਉਂਦਾ ਮੇਰਾ। ਇਸ ਤਰ੍ਹਾਂ ਰਾਜਾ ਦੇ ਸਾਹਮਣੇ ਝਗੜਨ ਲੱਗ ਪਈਆਂ। ਉਹ ਦੋਏ ਔਰਤਾਂ ਜਿਹੜੀਆਂ ਕੀ ਹੋਣਗੀਆਂ, ਉਹ ਸੁਲੇਮਾਨ ਦੇ ਮੂਹਰੇ, ਰਾਜਾ ਦੇ ਮੂਹਰੇ ਕੀ ਕਰਨਾ ਪਈਆਂ, ਝਗੜਨਾ ਪਿਆ। ਉਹਨਾਂ ਦੇ ਵਿੱਚ ਬਹਿਸ ਸ਼ੁਰੂ ਹੋ ਗਈ, ਝਗੜਾ ਸ਼ੁਰੂ ਹੋ ਗਿਆ। ਹਾਲੇਲੂਇਆ। ਤਾਂ ਉੱਥੇ ਕੀ ਕੀਤਾ ਰਾਜਾ ਸੁਲੇਮਾਨ ਨੇ, ਤਾਂ ਸੁਲੇਮਾਨ ਨੇ ਉਹਨਾਂ ਔਰਤਾਂ ਨੂੰ ਕਿਹਾ, ਤੁਸੀਂ ਦੋਵੇਂ ਜਾਣੀਆਂ ਇੱਕ ਦੂਜੇ ਨੂੰ ਕਹਿ ਰਹੀਆਂ ਹੋ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਤੇਰਾ, ਠੀਕ ਹੈ, ਇੱਕ ਤਲਵਾਰ ਮੇਰੇ ਕੋਲ ਲੈ ਕੇ ਆਵੋ। ਜਦੋਂ ਤਲਵਾਰ ਆ ਗਈ ਤਾਂ ਰਾਜਾ ਨੇ ਕਿਹਾ, ਇਹ ਜਿਉਂਦੇ ਬੱਚੇ ਨੂੰ ਦੋ ਹਿੱਸਿਆਂ ਵਿੱਚ ਕੱਟ ਕੇ ਇੱਕ ਹਿੱਸਾ ਇਹਨਾਂ ਦੋਹਾਂ ਔਰਤਾਂ ਨੂੰ ਦੇ ਦੇਵੋ। ਹਾਲੇਲੂਇਆ। ਤੇ ਸੁਲੇਮਾਨ ਨੇ ਆਪਣੀ ਬੁੱਧੀ ਦੇ ਨਾਲ, ਜੋ ਪਰਮੇਸ਼ਰ ਨੇ ਉਸਨੂੰ ਸਮਝ ਦਿੱਤੀ ਸੀ, ਉਸਨੇ ਇਸ ਕਠਿਨ ਮਾਮਲੇ ਨੂੰ ਸੁਲਝਾਇਆ। ਤਾਂ ਕੀ ਕਹਿਣ ਲੱਗਾ, ਕਹਿੰਦਾ ਇੱਕ ਤਲਵਾਰ ਦੇ ਨਾਲ ਇਸ ਬੱਚੇ ਦੇ ਦੋ ਹਿੱਸੇ ਕਰ ਦਿਓ, ਅੱਧਾ ਉਹਨੂੰ ਦੇ ਦਿਓ, ਅੱਧਾ ਉਹਨੂੰ ਦੇ ਦਿਓ। ਪਰ ਬੱਚੇ ਦੀ ਅਸਲੀ ਮਾਂ ਦਾ ਦਿਲ ਬੱਚੇ ਦੇ ਲਈ ਪਿਆਰ ਨਾਲ ਭਰ ਗਿਆ ਸੀ ਤੇ ਉਹ ਤੁਰੰਤ ਰਾਜਾ ਨੂੰ ਕਿਹਾ, ਨਹੀਂ ਮਹਾਰਾਜ, ਬੱਚੇ ਨੂੰ ਕੁਝ ਨਾ ਕਰੋ, ਤੁਸੀਂ ਇਸ ਔਰਤ ਨੂੰ ਦੇ ਦਿਓ। ਜਿਹੜੀ ਅਸਲੀ ਮਾਂ ਸੀਗੀ ਉਹ ਕਹਿਣ ਲੱਗੀ, ਇਸ ਬੱਚੇ ਨੂੰ ਤੁਸੀਂ ਕੁਝ ਨਾ ਕਹੋ, ਇਹ ਬੱਚਾ ਜਿਹੜਾ ਇਹਨੂੰ ਦੇ ਦਿਓ। ਹਾਲੇਲੂਇਆ। ਪਰ ਦੂਜੀ ਔਰਤ ਨੇ ਕਿਹਾ, ਨਹੀਂ, ਤੁਸੀਂ ਸਾਡੇ ਵਿੱਚੋਂ ਕਿਸੇ ਨੂੰ ਵੀ ਨਾ ਦੇਵੋ, ਇਸ ਨੂੰ ਦੋ ਹਿੱਸਿਆਂ ਵਿੱਚ ਕੱਟ ਦਿਓ। ਇਸ ਤੋਂ ਰਾਜਾ ਜਿਹੜਾ ਸੁਲੇਮਾਨ ਸੀਗਾ ਉਹ ਸਮਝ ਗਿਆ ਕਿ ਜਿਹੜਾ ਇਹ ਬੱਚਾ ਆ ਇਹ ਪਹਿਲੀ ਔਰਤ ਦਾ ਆ, ਦੂਜੀ ਔਰਤ ਦਾ ਨਹੀਂ ਹੈਗਾ। ਤਾਂ ਰਾਜਾ ਨੇ ਕਿਹਾ, ਬੱਚੇ ਨੂੰ ਕੁਝ ਨਾ ਕਹੋ, ਪਹਿਲੀ ਔਰਤ ਨੂੰ ਦੇ ਦੇਵੋ ਕਿਉਂਕਿ ਉਸਦੀ ਉਹੀ ਅਸਲੀ ਮਾਂ ਹੈ। ਹਾਲੇਲੂਇਆ। ਤੇ ਇਸ ਤਰ੍ਹਾਂ ਰਾਜਾ ਨੇ ਬੁੱਧੀ ਦੇ ਨਾਲ ਇਸ ਕਠਿਨ ਮਾਮਲੇ ਦਾ ਫੈਸਲਾ ਕੀਤਾ ਤੇ ਜਿਹੜਾ ਬੱਚਾ ਸੀਗਾ ਉਸਦੀ ਮਾਤਾ ਨੂੰ ਮਿਲਿਆ, ਜੋ ਰੀਅਲ ਉਹਦੀ ਮਾਤਾ ਸੀਗੀ, ਪਹਿਲੀ ਮਾਤਾ ਸੀਗੀ, ਉਸ ਨੂੰ ਮਿਲ ਗਿਆ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਨੇ ਸੁਲੇਮਾਨ ਤੋਂ ਪੁੱਛਿਆ ਸੀਗਾ ਤੈਨੂੰ ਕੀ ਚਾਹੀਦਾ ਆ, ਉਸਨੇ ਬੁੱਧੀ ਮੰਗੀ। ਅੱਜ ਵੀ ਪਰਮੇਸ਼ਰ ਦਾ ਵਚਨ ਯਾਕੂਬ 1:5 ਦੇ ਵਿੱਚ ਕਹਿੰਦਾ, ਜਿਸ ਕੋ ਬੁੱਧੀ ਦਾ ਘਾਟਾ ਆ ਮੇਰੇ ਕੋਲੋਂ ਮੰਗੇ, ਮੈਂ ਉਸ ਨੂੰ ਦੇਵਾਂਗਾ। ਹਾਲੇਲੂਇਆ। ਜਿਸ ਤਰ੍ਹਾਂ ਸੁਲੇਮਾਨ ਨੇ ਕਠਿਨ ਫੈਸਲਾ ਕੀਤਾ। ਹਾਲੇਲੂਇਆ। ਅਬਰਾਹਮ ਨੇ ਫੈਸਲਾ ਲਿਆ ਕਿ ਸਾਡੇ ਦੋਨਾਂ ਦੇ ਵਿਚਕਾਰ ਝਗੜਾ ਨਹੀਂ ਹੋਣਾ ਚਾਹੀਦਾ। ਉਹਨੇ ਬੁੱਧੀ ਦਾ ਇਸਤੇਮਾਲ ਕੀਤਾ, ਜੋ ਪਰਮੇਸ਼ਰ ਨੇ ਉਹਨੂੰ ਸਮਝ ਦਿੱਤੀ ਸੀ, ਬੁੱਧੀ ਦਿੱਤੀ ਸੀ। ਉਸ ਬੁੱਧੀ ਦੇ ਦੁਆਰਾ ਕੀ ਹੋਇਆ, ਉਹਨਾਂ ਦੇ ਵਿੱਚ ਝਗੜਾ ਬੰਦ ਹੋ ਗਿਆ। ਹਾਲੇਲੂਇਆ। ਬੁੱਧੀ ਦੇ ਦੁਆਰਾ ਪਰਮੇਸ਼ਰ ਕਹਿੰਦਾ ਘਰ ਦੀ ਉਸਾਰੀ ਹੁੰਦੀ ਹੈ। ਹਾਲੇਲੂਇਆ। ਬੁੱਧੀ ਦੇ ਦੁਆਰਾ ਘਰ ਦੀ ਉਸਾਰੀ ਹੁੰਦੀ ਹੈ। ਬੁੱਧ ਪ੍ਰਾਪਤ ਕਰਨ ਵਾਲਾ ਸਭ ਚੀਜ਼ਾਂ ਤੋਂ ਸ੍ਰੇਸ਼ਟ ਹੈ। ਕਹੋਤਾ ਦੇ ਵਿੱਚ ਲਿਖਿਆ ਵਾ, ਬੁੱਧੀ ਪ੍ਰਾਪਤ ਕਰਨਾ ਕੀ ਹੈ, ਸਾਰੀਆਂ ਸੰਸਾਰ ਦੀਆਂ ਚੀਜ਼ਾਂ ਤੋਂ ਸ੍ਰੇਸ਼ਟ ਹੈ।
ਕਹਾਵਤਾਂ 4 ਦੀ 7 ਤੇ 8 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ, ਸਾਰੀਆਂ ਸੰਸਾਰ ਦੀਆਂ ਚੀਜ਼ਾਂ ਦੇ ਨਾਲੋਂ, ਸੋਨੇ ਨਾਲੋਂ, ਚਾਂਦੀ ਨਾਲੋਂ, ਧਨ ਦੌਲਤ ਦੇ ਨਾਲੋਂ ਬੁੱਧੀ ਪ੍ਰਾਪਤ ਕਰਨਾ ਕੀ ਹੈ? ਸ੍ਰੇਸ਼ਟ ਹੈ, ਉੱਤਮ ਹੈ। ਹਾਲੇਲੂਇਆ। ਅਗਰ ਅੱਜ ਸਾਡੇ ਕੋਲ ਬੁੱਧੀ ਆ, ਸਮਝ ਹੈ, ਤਾਂ ਅਸੀਂ ਆਪਣੇ ਪਰਿਵਾਰ ਦਾ, ਆਪਣੇ ਬੱਚਿਆਂ ਦਾ, ਆਪਣੇ ਰਿਸ਼ਤੇਦਾਰਾਂ ਦਾ, ਆਪਣੀਆਂ ਸਾਰੀਆਂ ਤਮਾਮ ਚਿੰਤਾਵਾਂ ਦਾ, ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਅਸੀਂ ਹੱਲ ਕਰ ਸਕਦੇ ਹਾਂ। ਹਾਲੇਲੂਇਆ। ਤੇ ਅਸੀਂ ਅਗਰ ਸਾਡੇ ਕੋਲ ਬੁੱਧੀ ਹੈਗੀ ਆ, ਪਰਮੇਸ਼ਰ ਦੇ ਵਚਨ ਨੂੰ ਸਮਝ ਸਕਦੇ ਹਾਂ। ਅਗਰ ਬੁੱਧੀ ਨਹੀਂ ਹੈਗੀ, ਅਸੀਂ ਪਰਮੇਸ਼ਰ ਦੇ ਵਚਨ ਨੂੰ ਵੀ ਨਹੀਂ ਸਮਝ ਸਕਦੇ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਅੱਜ ਵੀ ਕਹਿ ਰਿਹਾ, ਅਗਰ ਤੁਹਾਡੇ ਕੋਲ ਬੁੱਧੀ ਦਾ ਘਾਟਾ ਹੈ, ਮੇਰੇ ਕੋਲ ਮੰਗੋ, ਮੈਂ ਤੁਹਾਨੂੰ ਬਿਨਾਂ ਉਲਾਨੇ ਦਊਂਗਾ। ਪ੍ਰਭੂ ਦਾ ਵਚਨ ਹੈ, ਮੰਗੋ ਤੁਹਾਨੂੰ ਦਿੱਤਾ ਜਾਏਗਾ। ਪਰਮੇਸ਼ਰ ਤੁਹਾਨੂੰ ਆਪਣਾ ਘਰ ਚਲਾਉਣ ਦੇ ਲਈ ਬੁੱਧੀ ਦੇਗਾ। ਬਹੁਤ ਸਾਰੇ ਲੋਕ ਆਪਣੇ ਘਰ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਆ, ਆਪਣੇ ਘਰ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਬਾਈਬਲ 'ਚ ਲਿਖਿਆ ਵਾ, ਜਿਸ ਘਰ ਨੂੰ ਯਹੋਵਾ ਨਾ ਬਣਾਏ, ਉਸ ਘਰ ਨੂੰ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ। ਅੱਜ ਪਰਮੇਸ਼ਰ ਕੋਲ ਸਾਨੂੰ ਬੁੱਧੀ ਮੰਗਣ ਦੀ ਜ਼ਰੂਰਤ ਹੈ ਕਿ ਅਸੀਂ ਬੁੱਧੀ ਦੇ ਨਾਲ ਚੱਲ ਸਕੀਏ ਪਰਮੇਸ਼ਰ ਦੇ ਪਿੱਛੇ। ਹਾਲੇਲੂਇਆ। ਜਦੋਂ ਅਸੀਂ ਉਸ ਦੀ ਦਿੱਤੀ ਹੋਈ ਬੁੱਧੀ ਦੇ ਨਾਲ ਚੱਲਾਂਗੇ ਤਾਂ ਅਸੀਂ ਸਫਲ ਹੋਵਾਂਗੇ। ਬਾਈਬਲ 'ਚ ਲਿਖਿਆ ਵਾ, ਯਿਸੂ ਮਸੀਹ ਬੁੱਧ ਤੇ ਗਿਆਨ ਦੇ ਵਿੱਚ, ਜਦੋਂ ਯਿਸੂ ਮਸੀਹ ਛੋਟਾ ਸੀਗਾ, ਜਨਮ ਹੋਇਆ, ਜਨਮ ਤੋਂ ਬਾਅਦ ਲਿਖਿਆ ਵਾ ਕਿ ਯਿਸੂ ਮਸੀਹ ਬੁੱਧੀ ਤੇ ਗਿਆਨ ਦੇ ਵਿੱਚ ਵੱਧਦਾ ਗਿਆ। ਹਾਲੇਲੂਇਆ। ਯਿਸੂ ਮਸੀਹ ਵੀ ਬੁੱਧੀ ਤੇ ਗਿਆਨ ਦੇ ਵਿੱਚ ਵਧਿਆ। ਸਾਨੂੰ ਵੀ ਅੱਜ ਬੁੱਧੀ ਤੇ ਗਿਆਨ ਦੀ ਜ਼ਰੂਰਤ ਹੈ। ਹਾਲੇਲੂਇਆ। ਕਿ ਅਸੀਂ ਵੀ ਬੁੱਧੀ ਤੇ ਗਿਆਨ ਨੂੰ ਮੰਗੀਏ, ਪਰਮੇਸ਼ਰ ਦੀ ਬੁੱਧੀ ਤੇ ਸਮਝ ਦੇ ਵਿੱਚ ਵਧਦੇ ਜਾਈਏ। ਹਾਲੇਲੂਇਆ। ਤੇ ਜਦੋਂ ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਬਣਾਇਆ, ਉਸ ਸਮੇਂ ਵੀ ਆਦਮ ਤੇ ਹਵਾ ਨੇ ਕਾਹਦਾ ਫਲ ਖਾਧਾ? ਬੁਰੇ ਤੇ ਭਲੇ ਦੀ ਪਛਾਣ ਦਾ। ਪਰ ਪਰਮੇਸ਼ਰ ਉਹ ਜਿਹੜਾ ਬੁਰੇ ਤੇ ਭਲੇ ਦੀ ਪਛਾਣ ਦਾ ਫਲ ਖਾਧਾ, ਉਹ ਸਾਨੂੰ ਪਾਪ ਦੇ ਵੱਲ ਲੈ ਗਿਆ। ਪਰ ਜੋ ਪਰਮੇਸ਼ਰ ਸਾਨੂੰ ਬੁੱਧੀ ਦਿੰਦਾ ਹੈ, ਉਸ ਦੇ ਜੋ ਬੁੱਧੀ ਪਰਮੇਸ਼ਰ ਦਿੰਦਾ ਹੈ, ਉਹ ਸਾਨੂੰ ਪਵਿੱਤਰਤਾ ਵੱਲ ਲੈ ਕੇ ਜਾਂਦੀ ਹੈ। ਹਾਲੇਲੂਇਆ। ਉਹ ਸਾਨੂੰ ਪਾਪ ਵੱਲ ਨਹੀਂ ਲੈ ਕੇ ਜਾਂਦੀ। ਜਦੋਂ ਵੀ ਅਸੀਂ ਕਦੇ ਗਲਤ ਹੋ ਜਾਂਦੇ ਹਾਂ, ਕਦੇ ਮਤਲਬ ਕੋਈ ਗਲਤੀ ਹੋ ਜਾਂਦੀ ਆ, ਪਾਪ ਹੋ ਜਾਂਦਾ, ਕੋਈ ਗੁਨਾਹ ਹੋ ਜਾਂਦਾ ਹੈ ਸਾਡੀ ਜ਼ਿੰਦਗੀ ਦੇ ਵਿੱਚੋਂ, ਤਾਂ ਪਰਮੇਸ਼ਰ ਉਹ ਜਿਹੜੀ ਸਾਨੂੰ ਪਰਮੇਸ਼ਰ ਬੁੱਧੀ ਦਿੰਦਾ, ਸਮਝ ਦਿੰਦਾ, ਉਹ ਸਾਨੂੰ ਫਿਰ ਸਹੀ ਗਾਈਡਨੈਸ ਦਿੰਦੀ ਹੈ। ਫਿਰ ਅਸੀਂ ਫਿਰ ਤੋਂ ਲੌਟ ਕੇ ਪਰਮੇਸ਼ਰ ਦੇ ਕੋਲ ਆ ਜਾਂਦੇ ਹਾਂ। ਹਾਲੇਲੂਇਆ। ਪਰਮੇਸ਼ਰ ਸਾਡੇ ਮਾਰਗਾਂ ਦੇ ਵਿੱਚ, ਸਾਡੇ ਰਸਤਿਆਂ ਦੇ ਵਿੱਚ, ਸਾਡੀ ਫੈਮਿਲੀ ਦੇ ਵਿੱਚ, ਸਾਨੂੰ ਪ੍ਰਾਰਥਨਾ ਕਰਨ ਦੇ ਵਿੱਚ ਆਪਣੀ ਬੁੱਧੀ ਦਿੰਦਾ ਆ। ਜੇਕਰ ਸਾਡੇ ਕੋਲ ਬੁੱਧੀ ਹੈ ਤੇ ਅਸੀਂ ਮੰਗ ਸਕਦੇ ਹਾਂ ਪਰਮੇਸ਼ਰ ਕੋਲ ਬੁੱਧੀ ਦੇ ਨਾਲ, ਪਵਿੱਤਰ ਆਤਮਾ ਦੇ ਨਾਲ। ਹਾਲੇਲੂਇਆ। ਅੱਜ ਸਾਨੂੰ ਪਰਮੇਸ਼ਰ ਕੋਲ ਬੁੱਧੀ ਮੰਗਣ ਦੀ ਜ਼ਰੂਰਤ ਹੈ। ਹਾਲੇਲੂਇਆ। ਤੇ ਪਰਮੇਸ਼ਰ ਇਹਨਾਂ ਸਾਰੀਆਂ ਗੱਲਾਂ ਤੇ ਤੁਹਾਨੂੰ ਆਸ਼ੀਸ਼ ਦੇਵੇ। ਸਾਰਿਆਂ ਨੂੰ ਜੈ ਮਸੀਹ ਦੀ।